Hello, good morning, dear student. Today we are going to the start chapter 14. Chapter name Handicraft and Industry. ठीक है राजे. Part History. Chapter name है Handicraft and Industry. Handicraft ਕੀ ਹੁੰਦਾ? ਜੋ ਹੱਥਾਂ ਨਾਲ ਵਸਤੂਆਂ ਬਣਾਈਆਂ ਜਾਂਦੀਆਂ ਉਹਨੂੰ ਕਹਿੰਦੇ ਹੈਂਡੀਕ੍ਰਾਫਟ. ਠੀਕ ਆ, ਜਿੱਦਾਂ ਆਪਣੇ ਪਿੰਡਾਂ ਵਿੱਚ ਜੁਲਾਹੇ, ਵੀਵਰਸ ਕਹਿੰਦੇ ਜਿਨ੍ਹਾਂ ਨੂੰ ਆਪਾਂ, ਉਹ ਕੀ ਆ, ਹੱਥੀਂ ਦਰੀਆਂ ਬੁਣਦੇ ਸੀ, ਫੁਲਕਾਰੀਆਂ ਕੱਢਦੇ ਸੀ ਹੈ ਨਾ, ਤਾਂ ਉਹ ਹੱਥੀਂ ਬਣਾਈਆਂ ਜਾਂਦੀਆਂ ਸੀ ਨਾ, ਉਹਨੂੰ ਕਹਿੰਦੇ ਹੈਂਡੀਕ੍ਰਾਫਟ. ਜਿੱਦਾਂ ਹੁਣ ਅੱਜ ਕੱਲ੍ਹ ਟੇਲਰ ਆ, ਉਹ ਕੀ ਆ, ਹੱਥੀਂ ਚੀਜ਼ ਕੱਪੜੇ ਸੀਂਦੇ ਆ ਹੈ ਨਾ, ਉਹ ਮਤਲਬ ਕਿ ਉਹ ਕੰਮ ਨੂੰ ਹੀ ਕਹਿੰਦੇ ਸੀ ਹੈਂਡੀਕ੍ਰਾਫਟ. ਠੀਕ ਹੈ, ਤਾਂ ਉਹ ਕੀ ਆ, ਉਹਨੂੰ ਵੇਚਦੇ ਸੀ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਦੇ ਸੀ. ਠੀਕ ਹੈ, ਪਹਿਲੇ ਸਮੇਂ ਵਿੱਚ ਕੀ ਹੁੰਦਾ ਸੀਗੇ, ਜਿਹੜੇ ਪਿੰਡ ਦੇ ਲੋਕ ਸੀਗੇ, ਜਿੱਦਾਂ ਕਿਸਾਨ, ਤਰਖਾਣ, ਮੋਚੀ, ਘੁਮਿਆਰ, ਜੁਲਾਹੇ, ਇਹ ਕੀ ਆ, ਇੱਕ ਦੂਜੇ ਤੋਂ ਹੀ ਆਪਣੀਆਂ ਲੋੜਾਂ ਪੂਰੀਆਂ ਕਰ ਲੈਂਦੇ ਸੀ. ਠੀਕ ਹੈ ਰਾਜੇ, ਆਪਾਂ ਲੈਸਨ ਵਿੱਚ ਵੇਖਦੇ ਹਾਂ. ਡਿਕਲੇਨ ਆਫ ਸਮਾਲ ਸਕੇਲ ਇੰਡਸਟਰੀਜ਼ ਇਨ ਦੀ 19th ਸੈਂਚੁਰੀ. 19ਵੀਂ ਸਦੀ ਵਿੱਚ ਛੋਟੇ ਉਦਯੋਗਾਂ ਦਾ ਪਤਨ. ਡਿਕਲੇਨ ਹੁੰਦਾ ਪਤਨ ਹੋਣਾ. ਠੀਕ ਆ, 19th ਸੈਂਚੁਰੀ ਵਿੱਚ ਸਮਾਲ ਸਕੇਲ ਇੰਡਸਟਰੀ ਦਾ ਕਿਵੇਂ ਹੋਇਆ, ਕਿਉਂ ਹੋਇਆ, ਇਹਦੇ ਬਾਰੇ ਆਪਾਂ ਰੀਡ ਕਰਦੇ. ਠੀਕ ਹੈ ਰਾਜੇ. ਫਸਟਲੀ, ਬਿਫੋਰ ਦੀ ਸਟੈਬਲਿਸ਼ਮੈਂਟ ਆਫ ਬ੍ਰਿਟਿਸ਼ ਰੂਲ ਇਨ ਇੰਡੀਆ. ਮਤਲਬ ਕਿ ਅੰਗਰੇਜ਼ੀ ਰਾਜ ਸਥਾਪਿਤ ਹੋਣ ਤੋਂ ਪਹਿਲਾਂ, ਠੀਕ ਆ, ਦੀ ਇੰਡੀਆ ਵਿਲੇਜਰ ਲਾਈਕ ਬਲੈਕ ਸਮਿਥ, ਵੀਵਰਸ, farmers, ironsmith, cobbler, potters, etc. used to make the things together to fulfill the need of the village. ਠੀਕ ਆ, ਉਹ ਜਿਹੜੇ ਘੁਮਿਆਰ, ਜੁਲਾਹੇ, ਕਿਸਾਨ, ਮੋਚੀ ਮਿਲ ਕੇ ਕੀ ਆ, ਪਿੰਡ ਦੀਆਂ ਲੋੜਾਂ ਨੂੰ ਪੂਰਾ ਕਰਦੇ ਸੀ. ਠੀਕ ਆ, their handicraft and small scale industries were their means of livelihood. ਔਰ ਫਿਰ ਕੀ ਕਰਦੇ ਸੀ, ਇਹਨਾਂ ਤੋਂ ਕੀ ਆ, ਆਪਣੇ ਜਿਹੜੇ ਉਹਨਾਂ ਨੂੰ ਆਮਦਨ ਹੁੰਦੀ ਸੀ, ਉਹਦੇ ਥਰੂ ਕੀ ਆ, ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਸੀ. ਇਸ ਤੋਂ ਬਾਅਦ ਬੇਟਾ ਪੜ੍ਹਦੇ ਆਪਾਂ. ਬਟ ਵਿਦ ਦੀ ਸਟੈਬਲਿਸ਼ਮੈਂਟ ਆਫ ਬ੍ਰਿਟਿਸ਼ ਰੂਲ, ਇੰਡੀਆ ਵਿਲੇਜਰ ਆਲਸੋ ਸਟਾਰਟਡ ਯੂਜ਼ਿੰਗ ਦੀ ਥਿੰਗਸ ਵਿਚ ਵਰ ਮੇਡ ਇਨ ਦੀ ਫੈਕਟਰੀਜ਼ because these were good in quality and more cheap. ਦੇਖੋ, ਜਦੋਂ ਅੰਗਰੇਜ਼ੀ ਰਾਜ ਸਥਾਪਿਤ ਹੋ ਗਿਆ, ਇੱਥੇ ਸਟੈਬਲਿਸ਼ ਹੋ ਗਿਆ, ਠੀਕ ਹੈ, ਤਾਂ ਪਿੰਡਾਂ ਦੇ ਜਿਹੜੇ ਲੋਕ ਸੀਗੇ, ਉਹ ਕੀ ਆ, ਉਹਨਾਂ ਦਾ ਕੰਮ ਖਤਮ ਹੋ ਗਿਆ. ਠੀਕ ਹੈ, ਕਾਰਖਾਨਿਆਂ ਵਿੱਚ ਕੰਮ ਹੋਣਾ ਸ਼ੁਰੂ ਹੋ ਗਿਆ. ਤਾਂ ਕਾਰਖਾਨਿਆਂ ਵਿੱਚ ਜਿਹੜਾ ਕੰਮ ਹੁੰਦਾ ਸੀਗਾ, ਉਹ ਵਧੀਆ ਢੰਗ ਦਾ ਹੁੰਦਾ ਸੀਗਾ ਅਤੇ ਸਸਤਾ ਵੀ ਹੁੰਦਾ ਸੀ. ਜੋ ਥਿੰਗਸ ਬਣਦੀਆਂ ਸੀਗੀਆਂ, ਚੀਜ਼ਾਂ ਬਣਦੀਆਂ ਸੀਗੀਆਂ, ਉਹ ਸਸਤੀਆਂ ਹੁੰਦੀਆਂ ਸੀ. ਠੀਕ ਹੈ, so that's why the small scale industries, towns and villages started declining and workers become unemployed. ਦੇਖੋ ਫਿਰ ਕੀ ਹੋਇਆ, ਇਸ ਕਰਕੇ ਭਾਰਤੀ ਅਤੇ ਸ਼ਹਿਰੀ ਜਿਹੜੇ ਪਿੰਡ ਸੀ, ਛੋਟੇ ਛੋਟੇ ਉਹਨਾਂ ਵਿੱਚ ਉਦਯੋਗ ਸੀ ਜਿਹੜੇ, ਉਹਨਾਂ ਦਾ ਪਤਨ ਹੋ ਗਿਆ ਅਤੇ ਜਿਹੜੇ ਕਾਰੀਗਰ ਸੀ ਉਹ ਬੇਕਾਰ ਹੋ ਗਏ. ਓਕੇ ਰਾਜੇ, ਨੈਕਸਟ ਆਪਾਂ ਪੜ੍ਹਦੇ ਹਾਂ. ਕਾਜ਼ਜ਼ ਆਫ ਡਿਕਲੇਨ ਆਫ ਸਮਾਲ ਸਕੇਲ ਇੰਡਸਟਰੀਜ਼. ਲਘੂ ਉਦਯੋਗਾਂ ਦੇ ਪਤਨ ਹੋਣ ਦੇ ਕਾਰਨ ਕੀ ਸੀਗੇ. ਠੀਕ ਹੈ, ਜਿਹੜੇ ਘਰੇਲੂ ਉਦਯੋਗ ਸੀਗੇ, ਲਘੂ ਉਦਯੋਗ ਸੀਗੇ, ਉਹ ਛੋਟੇ ਉਦਯੋਗ ਸੀ, ਉਹ ਕਿੱਦਾਂ ਖਤਮ ਹੋਏ. ਠੀਕ ਹੈ, ਉਹਦੇ ਕਾਰਨ ਕਿਹੜੇ ਰੀਜ਼ਨ. ਐਬੋਲਿਸ਼ਨ ਆਫ ਨੇਟਿਵ ਪ੍ਰਿੰਸਲੀ ਸਟੇਟਸ. ਐਬੋਲਿਸ਼ਨ ਭਾਵ ਮੀਨਸ ਖਤਮ ਹੋ ਗਈਆਂ. ਠੀਕ ਹੈ, ਰਿਆਸਤਾਂ, ਸਮਾਪਤੀ ਹੋ ਜਾਣਾ. ਪ੍ਰਿੰਸਲੀ ਸਟੇਟਸ ਜਿਹੜੀਆਂ ਰਿਆਸਤਾਂ ਹੁੰਦੀਆਂ ਸੀਗੀਆਂ, ਰਿਆਸਤਾਂ ਦੇ ਜਿਹੜੇ ਰਾਜੇ ਹੁੰਦੇ ਸੀਗੇ, ਮਹਾਰਾਜੇ ਹੁੰਦੇ ਸੀਗੇ, ਉਹ ਕੀ ਸੀਗੇ, ਉਹ ਸਮੋਲ ਸਕੇਲ ਇੰਡਸਟਰੀਜ਼ ਨੂੰ ਕੀ ਆ, ਲਾਈਕ ਕਰਦੇ ਸੀਗੇ. ਉਹ ਜੋ ਵੀ ਉਹ ਬਣਾਉਂਦੇ ਸੀਗੇ, ਕਲੋਥ ਬਣਾਉਂਦੇ ਸੀ, ਉਹਨਾਂ ਨੂੰ ਵੀਅਰ ਕਰਦੇ ਸੀਗੇ. ਬਟ ਕੀ ਹੋਇਆ, ਜਦੋਂ ਸਮੋਲ ਸਕੇਲ ਇੰਡਸਟਰੀਜ਼ ਤਾਂ ਜ਼ਰੂਰ ਬਣਾਉਂਦੀਆਂ ਸੀਗੀਆਂ, ਪਰ ਜਿਹੜੀਆਂ ਪ੍ਰਿੰਸਲੀ ਸਟੇਟਸ ਸੀਗੀਆਂ, ਇਹ ਖਤਮ ਹੋ ਗਈਆਂ, ਤਾਂ ਹੁਣ ਉਹਨਾਂ ਤੋਂ ਕੋਈ ਲੈਣ ਵਾਲਾ ਨਹੀਂ ਰਿਹਾ. ਤਾਂ ਜਿਸ ਕਾਰਨ ਕੀ ਹੈ, ਇਹਦਾ ਪਤਨ ਹੋ ਗਿਆ. ਠੀਕ ਆ, ਕਿਹਦਾ ਪਤਨ ਹੋਇਆ, ਸਮੋਲ ਸਕੇਲ ਇੰਡਸਟਰੀਜ਼ ਦਾ. ਠੀਕ ਆ, ਉਹਦੇ ਮੈਂਬਰ ਯੂਜ਼ ਕਰਦੇ ਸੀ. ਠੀਕ ਹੈ, ਮੈਂਬਰ ਯੂਜ਼ ਦੀ ਥਿੰਗਸ ਮੇਡ ਬਾਏ ਸਮੋਲ ਸਕੇਲ ਇੰਡਸਟਰੀਜ਼ ਸੀਗੀਆਂ ਉਹਨਾਂ ਦੇ. ਨੈਕਸਟ ਪੁਆਇੰਟ ਦੀ ਗੱਲ ਕਰਦੇ ਆਪਾਂ. ਹਾਈ ਰੇਟ ਐਂਡ ਸਮਾਲ ਸਕੇਲ ਕਮਿਊਨਿਟੀਜ਼
ਮਤਲਬ ਜੋ ਚੀਜ਼ਾਂ ਹੁੰਦੀਆਂ ਸੀਗੀਆਂ, ਜੋ ਵਸਤੂਆਂ ਹੁੰਦੀਆਂ ਸੀ, ਉਹਨਾਂ ਦਾ ਮੁੱਲ ਵੱਧ ਗਿਆ ਸੀ, ਠੀਕ ਆ, ਉਹਨਾਂ ਦਾ ਹਾਈ ਰੇਟ ਹੋ ਗਿਆ ਸੀਗਾ, ਜੋ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਸੀ। ਦੀ ਰੇਟ ਆਫ ਦੀ ਸਮੋਲ ਸਕੇਲ commodities were high because more labor was needed to prepare them. On the other hand, commodities prepared by machines were cheap, so the people did not buy the things made by small scale industries. That's why small scale industries started declining. ਠੀਕ ਆ, ਭਾਰਤੀ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਗਈਆਂ ਜਿਹੜੀਆਂ ਵਸਤੂਆਂ ਸੀ ਉਹਨਾਂ ਦੀ ਕੀਮਤ ਵੱਧ ਗਈ, ਕਿਉਂਕਿ ਉਹਨਾਂ ਨੂੰ ਤਿਆਰ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਸੀ। ਅਤੇ ਦੂਜੇ ਪਾਸੇ ਜਿਹੜਾ ਇੰਡਸਟਰੀਅਲ ਸੀਗਾ ਉਹਦੇ ਵਿੱਚ ਘੱਟ ਮਿਹਨਤ ਕਰਨੀ ਪੈਂਦੀ ਸੀ, ਅਤੇ ਇੱਕ ਸਫਾਈ ਵਧੀਆ ਆਉਂਦੀ ਸੀਗੀ, ਠੀਕ ਆ, ਲੋਕ ਉਹਨਾਂ ਨੂੰ ਉਹ ਲੈਣੀ ਪਸੰਦ ਕਰਦੇ ਸੀ ਚੀਜ਼, ਅਤੇ ਨਾਲੇ ਸਸਤੀ ਵੀ ਸੀਗੀ, ਠੀਕ ਹੈ, ਜਿਸ ਕਰਕੇ ਕੀ ਆ ਪਤਨ ਦਾ ਕਾਰਨ ਬਣਿਆ, ਡਿਕਲੇਨ ਦਾ ਕਾਰਨ ਬਣਿਆ, ਠੀਕ ਆ, ਹਾਈ ਰੇਟ ਹੋ ਗਿਆ, ਠੀਕ ਆ, ਥਿੰਗਸ ਦਾ ਜੋ ਵਸਤੂਆਂ ਸੀਗੀਆਂ ਉਹਦੇ ਕਰਕੇ ਹੋ ਗਿਆ, ਠੀਕ ਹੈ। ਨੈਕਸਟ ਥਰਡ ਪੁਆਇੰਟ, ਬੈਟਰ ਫਿਨਿਸ਼ਿੰਗ ਆਫ ਦੀ ਮਸ਼ੀਨ ਮੇਡ ਗੁੱਡਸ ਹੁੰਦੀਆਂ ਚੀਜ਼ਾਂ, ਠੀਕ ਆ, ਵਸਤੂਆਂ, ਮਸ਼ੀਨੀ ਵਸਤੂਆਂ ਦੀ ਵੱਧ ਸਫਾਈ ਹੋਣਾ, ਠੀਕ ਆ, ਭਾਵ ਮਸ਼ੀਨਾਂ ਰਾਹੀਂ ਜੋ ਕੱਪੜਾ ਬਣਾਇਆ ਜਾਊਗਾ, ਜੋ ਕੋਈ ਥਿੰਗਸ ਬਣਾਈ ਜਾਊਗੀ, ਜੋ ਗੁੱਡਸ ਬਣਾਈ ਜਾਊਗੀ, ਕੀ ਆ ਉਹ ਸਾਫ ਸੁਥਰੀ ਹੋਊਗੀ ਐਂਡ ਵਧੀਆ ਹੋਊਗੀ। ਦੀ ਫਿਨਿਸ਼ਿੰਗ ਆਫ ਦੀ ਗੁੱਡਸ ਮੇਡ ਬਾਈ ਮਸ਼ੀਨਸ ਵਾਜ਼ ਬੈਟਰ ਦੈਨ ਦੀ ਗੁੱਡਸ ਪ੍ਰਪੇਅਰ ਬਾਈ ਸਮੋਲ ਸਕੇਲ ਇੰਡਸਟਰੀਜ਼। ਜਿਹੜੀਆਂ ਗੁੱਡਸ ਮਸ਼ੀਨਾਂ ਦੁਆਰਾ ਬਣਾਈਆਂ ਜਾਂਦੀਆਂ ਸੀ ਉਹ ਵਧੀਆ ਸੀਗੀਆਂ ਜਿਹੜੀਆਂ ਲਘੂ ਉਦਯੋਗਾਂ ਨਾਲੋਂ, ਠੀਕ ਹੈ, ਕਿਉਂਕਿ ਉਹ ਹੱਥਾਂ ਨਾਲ ਬਣਾਈਆਂ ਜਾਂਦੀਆਂ ਸੀਗੀਆਂ, ਮਸ਼ੀਨਾਂ ਨਾਲ ਸਫਾਈ ਬਹੁਤ ਹੁੰਦੀ ਸੀਗੀ, ਠੀਕ ਹੈ, ਵਧੀਆ ਲੱਗਦੀਆਂ ਸੀਗੀਆਂ, ਸ਼ੇਪ ਵਧੀਆ ਬਣਦੀ ਸੀਗੀ, ਡਿਜ਼ਾਇਨਿੰਗ ਵਧੀਆ ਸੀ ਉਹਦੀ। ਦੈਟਸ ਵਾਈ ਇੰਡੀਅਨ ਪੀਪਲ ਲਾਈਕ ਮਸ਼ੀਨ ਮੇਡ ਗੁੱਡਸ, ਸੋ ਸਮੋਲ ਸਕੇਲ ਇੰਡਸਟਰੀ ਸਟਾਰਟ ਡਿਕਲਾਈਨਿੰਗ। ਅਤੇ ਜਿਹੜੇ ਇਸ ਕਰਕੇ ਭਾਰਤੀ ਲੋਕ ਸੀਗੇ ਜਿਹੜੇ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਨੂੰ ਜ਼ਿਆਦਾ ਪਸੰਦ ਕਰਦੇ ਸੀਗੇ, ਜਿਸ ਕਰਕੇ ਲਘੂ ਉਦਯੋਗਾਂ ਦਾ ਪਤਨ ਹੋਇਆ, ਠੀਕ ਹੈ। ਨੈਕਸਟ 4 ਪੁਆਇੰਟ, ਨਿਊ ਜਨਰੇਸ਼ਨ ਡਿਡ ਨਾਟ ਲਾਈਕ ਦੀ ਗੁੱਡਸ ਪ੍ਰਪੇਅਰ ਬਾਈ ਸਮੋਲ ਸਕੇਲ ਇੰਡਸਟਰੀ। ਹੁਣ ਨਵੀਂ ਜਨਰੇਸ਼ਨ ਸੀ ਜਿਹੜੀ ਉਹ ਕੀ ਆ ਪਸੰਦ ਨਹੀਂ ਕਰਦੀ ਸੀਗੀ ਸਮੋਲ ਸਕੇਲ ਇੰਡਸਟਰੀ ਦੀਆਂ ਜੋ ਥਿੰਗਸ ਬਣਦੀਆਂ ਸੀ, ਜੋ ਗੁੱਡਸ ਬਣਦੀਆਂ ਸੀ, ਠੀਕ ਹੈ, ਕਿਉਂਕਿ ਕਿਉਂ ਨਹੀਂ ਪਸੰਦ ਕਰਦੀ ਸੀਗੀ, ਨਿਊ ਜਨਰੇਸ਼ਨ ਵਾਜ਼ ਬੀਇੰਗ ਇਨਫਲੂਐਂਸ ਬਾਈ ਦੀ ਵੈਸਟਰਨ ਕਲਚਰ। ਉਹਨਾਂ 'ਤੇ ਉਹ ਪ੍ਰਭਾਵ ਪੈ ਗਿਆ ਸੀ, ਉਹਦੇ ਪ੍ਰਭਾਵ ਹੇਠ ਆ ਗਏ ਸੀ ਵੈਸਟਰਨ ਕਲਚਰ ਦੇ। ਔਨ ਦੀ ਟੂ ਅਦਰ ਹੈਂਡ ਗੁੱਡਸ ਮੇਡ ਇਨ ਦੀ ਫੈਕਟਰੀਜ਼ ਹੈਡ ਬੈਟਰ ਫਿਨਿਸ਼ਿੰਗ, they looked good. That's why people belonging to new generation did not like the goods prepared by small scale industries, ਠੀਕ ਆ, ਕਿਉਂਕਿ ਦੇਖੋ ਹੁਣ ਨਵੀਂ ਪੀੜ੍ਹੀ ਦੇ ਲੋਕ ਸੀਗੇ ਜਿਹੜੇ ਪੱਛਮੀ ਪ੍ਰਭਾਵ ਹੇਠ ਆ ਗਏ ਸੀਗੇ, ਪੱਛਮੀ ਉਹਨਾਂ ਨੇ ਕਲਚਰ ਨੂੰ ਅਪਣਾ ਲਿਆ ਸੀਗਾ, ਠੀਕ ਹੈ, ਉਹਨਾਂ ਅਕੋਰਡਿੰਗ ਉਹ ਰਹਿਣਾ ਚਾਹੁੰਦੇ ਸੀਗੇ, ਉਹਨਾਂ ਅਕੋਰਡਿੰਗ ਕੀ ਆ ਉਹ ਜਿਹੜੇ ਕਲੋਥ ਵੀਅਰ ਕਰਦੇ ਸੀਗੇ, ਅਤੇ ਕਾਰਖਾਨੇ ਵਿੱਚ ਮਸ਼ੀਨਾਂ ਦੁਆਰਾ ਤਿਆਰ ਕੀਤੇ ਜਾਂਦੇ ਜਿਹੜੀ ਵਸਤੂ ਤਿਆਰ ਕੀਤੀ ਜਾਂਦੀ ਸੀ ਉਹ ਸਾਫ਼ ਸੁਥਰੀ ਹੁੰਦੀ ਸੀ ਅਤੇ ਸਸਤੀ ਹੁੰਦੀ ਸੀ, ਚੀਪ ਹੁੰਦੀ ਸੀਗੀ, ਅਤੇ ਇਸ ਲਈ ਨਵੀਂ ਪੀੜ੍ਹੀ ਦੇ ਲੋਕ ਲਘੂ ਉਦਯੋਗ ਵੱਲ ਘੱਟ ਧਿਆਨ ਦੇਣ ਲੱਗੀ, ਜਿਸ ਕਰਕੇ ਉਹਨਾਂ ਦਾ ਪਤਨ ਹੋ ਗਿਆ, ਠੀਕ ਹੈ, ਲਘੂ ਉਦਯੋਗਾਂ ਦਾ, ਸਮੋਲ ਸਕੇਲ ਇੰਡਸਟਰੀਜ਼ ਦਾ। ਓਕੇ, ਨੈਕਸਟ ਪੁਆਇੰਟ ਬਾਰੇ ਬੇਟਾ ਆਪਾਂ ਗੱਲ ਕਰਦੇ ਹਾਂ, ਐਕਸਪੋਰਟ ਆਫ ਰॉ ਮਟੀਰੀਅਲ ਫਰੋਮ ਇੰਡੀਆ ਟੂ ਇੰਗਲੈਂਡ। ਭਾਰਤ ਤੋਂ ਕੱਚਾ ਮਾਲ ਇੰਗਲੈਂਡ ਭੇਜਣਾ। ਦੇਖੋ ਬੇਟਾ ਹੁਣ ਜਿਹੜੇ ਇੰਗਲੈਂਡ ਸੀਗਾ, ਜਦੋਂ ਇੰਗਲੈਂਡ ਦਾ ਰਾਜ ਸੀ ਆਪਣੇ 'ਤੇ, ਤਾਂ ਜੋ ਭਾਰਤੀ ਲੋਕ ਕਾਟਨ ਵਗੈਰਾ ਪ੍ਰੋਡਿਊਸ ਕਰਦੇ ਸੀਗੇ, ਠੀਕ ਆ, ਉਹਨਾਂ ਦੀ ਪਲਾਂਟੇਸ਼ਨ ਕਰਦੇ ਸੀਗੇ, ਤਾਂ ਕੀ ਕਰਦੇ ਸੀਗੇ ਉਹ, ਮਤਲਬ ਕਿ ਜੋ ਉਹ ਕੱਚਾ ਮਾਲ ਹੁੰਦਾ ਸੀਗਾ ਉਹ ਕੀ ਆ ਇੰਗਲੈਂਡ ਭੇਜਿਆ ਜਾਂਦਾ ਸੀਗਾ, ਠੀਕ ਆ। ਇੰਗਲੈਂਡ ਵਿੱਚ ਵੱਡੀਆਂ ਵੱਡੀਆਂ ਇੰਡਸਟਰੀਆਂ ਸੀਗੀਆਂ, ਉਹਦੇ ਵਿੱਚ ਵਸਤੂਆਂ ਨੂੰ ਤਿਆਰ ਕਰਕੇ, ਗੁੱਡਸ ਨੂੰ ਤਿਆਰ ਕਰਕੇ ਵਾਪਸ ਭਾਰਤ ਭੇਜਿਆ ਜਾਂਦਾ ਸੀ, ਉਹਦੇ ਕਲੋਥ ਬਣਾ ਕੇ, ਅਤੇ ਵੱਡੇ ਮੁੱਲ 'ਤੇ ਉਹਨਾਂ ਨੂੰ ਵੇਚਿਆ ਜਾਂਦਾ ਸੀਗਾ। ਇਸ ਤਰ੍ਹਾਂ ਹੀ ਭਾਰਤੀ ਲੋਕਾਂ ਦੀ ਲੁੱਟ ਕੀਤੀ ਜਾਂਦੀ ਸੀ, ਠੀਕ ਹੈ। ਬਹੁਤ ਸਾਰੀਆਂ ਹੋਰ ਵੀ ਜਿੱਦਾਂ ਪੱਛਮ ਬੰਗਾਲ 'ਚ ਵੇਖਦੇ ਹਾਂ ਬਹੁਤ ਸਾਰੇ ਮਸਾਲੇ ਸੀਗੇ ਨਾ, ਤਾਂ ਆਪਾਂ ਪਹਿਲਾਂ ਵੇਖਦੇ ਨਾ ਵਾਸਕੋ ਡੀ ਗਾਮਾ, ਉਹਨੇ ਮਸਾਲੇ ਉਹ ਆਏ ਇਸੇ ਕਰਕੇ ਸੀਗਾ ਵੀ ਉਹਨੇ ਜਦੋਂ ਇੱਥੇ ਵੇਖਿਆ ਵੀ ਮਸਾਲੇ ਬਹੁਤ ਵਧੀਆ ਟੇਸਟੀ ਦੇ ਹੈਗੇ ਆ, ਤਾਂ ਉਹਨੇ ਇੱਥੋਂ ਲਿਜਾ ਕੇ ਆਪਣੇ ਲੋਕਾਂ ਵਿੱਚ ਉੱਥੋਂ ਪੁਰਤਗਾਲ ਵਿੱਚ ਵੇਚਣੇ ਸਟਾਰਟ ਕਰਤੇ, ਜਿਹਨੂੰ ਕਿ ਬਹੁਤ ਜ਼ਿਆਦਾ ਮੁਨਾਫਾ ਹੋਇਆ, ਠੀਕ ਹੈ। ਹੁਣ ਦੇਖੋ 18ਵੀਂ ਸਦੀ ਵਿੱਚ ਜਿਹੜਾ ਇੰਡਸਟਰੀਅਲ ਰਿਵੈਲੂਏਸ਼ਨ ਆਈ, ਠੀਕ ਆ, ਅਕਰ ਇਨ ਇੰਗਲੈਂਡ ਇਨ ਦੀ 18th ਸੈਂਚਰੀ। ਦੇਖੋ ਹੁਣ 18ਵੀਂ ਸਦੀ ਵਿੱਚ ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਈ, ਠੀਕ ਆ, ਤਾਂ ਕੀ ਹੋਇਆ, ਦੈਟਸ ਵਾਈ ਬਿਗ
फैक्ट्रीज वर स्टैबलिश्ड इन डिफरेंट पार्ट ऑफ कंट्री। उन्होंने की अलग अलग भाग ਵਿੱਚ ਕੀ ਆ ਇੰਡਸਟਰੀਜ਼ ਖੋਲ੍ਹਤੀਆਂ, ਠੀਕ ਆ, ਕਿਉਂਕਿ ਵੱਡੇ ਪੱਧਰ 'ਤੇ ਕ੍ਰਾਂਤੀ ਆ ਗਈ ਸੀਗੀ। ਰਾ ਮਟੀਰੀਅਲ ਵਾਜ਼ ਨੀਡਡ ਟੂ ਪ੍ਰਪੇਅਰ ਦੀ ਗੁਡਸ ਇਨ ਦੀ ਫੈਕਟਰੀਜ਼ ਵਿਚ ਕੁਡ ਨਾਟ ਬੀ ਫੁਲਫਿਲਡ ਬਾਈ ਦੀ ਨਿਊ ਮਟੀਰੀਅਲ ਆਫ ਇੰਗਲੈਂਡ। ਹਾਂ ਦੇਖੋ ਵੀ ਉਹਨਾਂ ਕਾਰਖਾਨਿਆਂ ਵਿੱਚ ਮਾਲ ਤਿਆਰ ਕਰਨ ਲਈ ਕੱਚੇ ਮਾਲ ਦੀ ਬਹੁਤ ਜ਼ਰੂਰਤ ਪਈ, ਜਿਸ ਨੂੰ ਇੰਗਲੈਂਡ ਦਾ ਕੱਚਾ ਮਾਲ ਪੂਰਾ ਨਾ ਕਰ ਸਕਿਆ। ਹੁਣ ਵੇਖੋ ਇੰਗਲੈਂਡ ਵਿੱਚ ਫੈਕਟਰੀਜ਼ ਬਹੁਤ ਆ ਗਈਆਂ, ਠੀਕ ਹੈ, ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆ ਗਈ, ਰਿਵੈਲੂਏਸ਼ਨ ਆ ਗਈ, ਠੀਕ ਆ, ਇੰਡਸਟਰੀਜ਼ ਵੱਡੇ ਪੱਧਰ 'ਤੇ ਹੋ ਗਈ, ਠੀਕ ਆ। ਪਰ ਕੀ ਹੋਇਆ ਕਿ ਉੱਥੇ ਹੁਣ ਇੰਗਲੈਂਡ ਕੋਲੇ ਪ੍ਰੋਡਿਊਸ ਕਰਨ ਲਈ ਉਹਨਾਂ ਕੋਲੇ ਕੱਚਾ ਮਾਲ ਨਹੀਂ ਸੀ, ਇਸ ਲਈ ਉਹਨਾਂ ਨੇ ਇੰਡੀਆ ਤੋਂ ਲੈਣਾ ਸਟਾਰਟ ਕਰਤਾ, ਠੀਕ ਆ, ਰਾ ਮਟੀਰੀਅਲ। ਅਤੇ ਜਦੋਂ ਇੰਡੀਆ ਤੋਂ ਲੈਣਾ ਸਟਾਰਟ ਕਰਤਾ ਤਾਂ ਉਹ ਕੀ ਆ, ਬਹੁਤ ਸਾਰੀ ਉਹਨਾਂ ਨੇ ਗੁਡਸ ਬਣਾਈਆਂ ਉਹਦੇ ਥਰੂ, ਠੀਕ ਆ, ਬਹੁਤ ਸਾਰਾ ਉਹਨਾਂ ਨੂੰ ਮੁਨਾਫਾ ਹੋਇਆ। ਅਤੇ ਕੀ ਹੋਇਆ, ਇੰਡੀਆ ਕੰਗਾਲ ਹੁੰਦਾ ਗਿਆ ਅਤੇ ਇੰਗਲੈਂਡ ਰਿਚ ਹੁੰਦਾ ਗਿਆ, ਠੀਕ ਹੈ। ਅਤੇ ਇੰਗਲੈਂਡ ਇੱਕ ਡਿਵੈਲਪ ਕੰਟਰੀ ਬਣ ਗਈ। ਜਿਹੜੇ ਹੁਣ ਔਨ ਦੀ ਟੂ ਅਦਰ ਹੈਂਡ ਦੀ ਡਿਵੈਲਪ ਆਫ ਇੰਡੀਅਨ ਇੰਡਸਟਰੀਜ਼ ਹਾਲਟਡ ਬਿਕੋਜ਼ ਦੀ ਲੈਕ ਆਫ ਰਾ ਮਟੀਰੀਅਲ। ਦੇਖੋ ਦੂਜੇ ਪਾਸੇ ਕਾਰਖਾਨਿਆਂ ਲਈ ਕੱਚੇ ਮਾਲ ਦੀ ਘਾਟ ਹੋਣ ਜਾਣ ਕਾਰਨ ਭਾਰਤ ਦਾ ਉਦਯੋਗਿਕ ਵਿਕਾਸ ਰੁਕ ਗਿਆ, ਠੀਕ ਹੈ ਰਾਜੇ। ਆਈ ਹੋਪ ਕਿ ਤੁਹਾਨੂੰ ਚੰਗੀ ਤਰ੍ਹਾਂ ਇਹ ਸਮਝ ਆਇਆ ਹੋਵੇਗਾ। ਆਪਾਂ ਅੱਜ ਪੜ੍ਹਿਆ ਕਾਜ਼ਜ਼ ਆਫ ਡਿਕਲੇਨ ਸਮਾਲ ਸਕੇਲ ਇੰਡਸਟਰੀਜ਼, ਠੀਕ ਹੈ, ਇਹਦੇ ਬਾਰੇ ਰੀਡ ਕੀਤਾ। ਨੈਕਸਟ ਵੀਡੀਓ ਵਿੱਚ ਆਪਾਂ ਮਾਡਰਨ ਇੰਡੀਅਨ ਇੰਡਸਟਰੀ ਬਾਰੇ ਰੀਡ ਕਰਾਂਗੇ। ਓਕੇ ਬੇਟਾ, ਓਕੇ ਬੇਟਾ, ਥੈਂਕ ਯੂ।